ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਦੀਪਕ ਭਾਈ ਤੁਹਾਨੂੰ ਹਾਲ ਦੇ ਵਿੱਚ ਵਿਆਹੇ ਕਿੰਨੇ ਲੋਕ ਹੱਥ ਖੜੇ ਕਰੋ। ਜਿਹੜੇ ਨਹੀਂ ਵਿਆਹੇ ਉਹ ਦੇਖ ਲਓ, ਇਹਨਾਂ ਨੂੰ ਸਰਪ੍ਰਾਈਜ਼ ਕਰਨ ਦੀ ਲੋੜ ਨਹੀਂ ਮਿਲਦੀ। ਮੈਂ ਕਿਹਾ ਡੈਡੀ ਉਹਦੇ ਦੇ ਵਿਆਹ ਬਾਰੇ ਸੋਚੋ, ਕਹਿੰਦੇ ਨਹੀਂ ਪੁੱਤ ਤੂੰ ਪਹਿਲਾਂ ਥੋੜੇ ਹੋਰ ਪੈਸੇ ਕਮਾਉਣ ਬਾਰੇ ਸੋਚ, ਕਿਉਂਕਿ ਕੁੜੀ ਵਾਲਿਆਂ ਨੂੰ ਐਕਚੁਅਲੀ ਦੱਸਣਾ ਪੈਣਾ ਨਾ ਕਿ ਮੁੰਡਾ ਕੀ ਕਰਦਾ। ਜਦੋਂ ਉਹਦੇ ਪੈਸਾ ਹੁੰਦਾ ਕੀ ਸੀਗਾ, ਕਿਉਂਕਿ ਜੇ ਪੈਸਾ ਆਉਂਦਾ ਨਾ ਮੋਹਿਤ ਭਾਈ ਇੱਥੇ ਹੁੰਦੇ ਤਾਂ ਨਾ ਮੈਂ ਇੱਥੇ ਜਿਮ ਜਾਣਾ ਸ਼ੁਰੂ ਕੀਤਾ। ਸਟਿਲ ਜਿਮ ਜਾ ਰਹੇ ਆ, ਫਰਕ ਕੋਈ ਨਹੀਂ ਪਿਆ। ਵਿਆਹ ਕਰ ਬੂਟਨ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਦੀਪਕ ਭਾਈ ਤੁਹਾਨੂੰ ਮੈਂ ਉਹਨਾਂ ਲਈ ਬੁਲਾਇਆ ਕਿਉਂਕਿ ਉਹਨਾਂ ਦੇ ਕੋਲ ਉਹ ਹੁਨਰ ਹੈ। ਮੈਂ ਹੁਣੇ ਵੀਡੀਓ ਰਿਸਰਚ ਦੇਖ ਪਈ ਦਿੱਲੀ ਕਰੀ ਕਿ ਜਲੰਧਰ ਦਾ ਦਿੱਲੀ ਤੇ ਉੱਦੇ ਦਿੱਲੀ ਦੇ ਨਾ ਉਹ ਮੈਂ ਦੇਖੀ ਬਹੁਤ ਘੈਂਟ ਭਾਜੀ। ਪਹਿਲਾਂ ਜ਼ੋਰਦਾਰ ਤਾੜੀ ਉਹ ਦੀਪਕ ਭਾਈ ਦੀ ਦੀਪਕ ਦੀ ਮੈਨੂੰ ਜ਼ੋਰਦਾਰ ਕਰ ਗਿਆ। ਸੋ ਸਭ ਤੋਂ ਪਹਿਲਾਂ ਮੈਂ ਦੱਸ ਦਿੰਦਾ ਜੀ, ਮੇਰਾ ਨਾਮ ਹੈ ਜੀ ਕਲਾਕਾਰ ਚੱਕੀ। ਚਾਹੇ ਕਰਦਾ ਨਹੀਂ ਕਿਸੇ ਨਾਲ ਠੱਕੀ ਤੇ ਗੱਲ ਸਦਾ ਯੋਗ ਕਰਦਾ ਹੈ ਕਿਹਦੀ ਸਿੱਧੀ ਦਿਲ ਤੇ ਲੱਗੀ। ਆਪਾਂ ਅੱਜ ਕੋਈ ਖੂਬਸੂਰਤ ਲਾ ਕਰਨੀਆਂ ਨੇ। ਸੋ ਚਲ ਸ਼ੁਰੂਆਤ ਕਰਦੇ ਸਭ ਤੋਂ ਪਹਿਲਾਂ ਮੈਨੂੰ ਦੱਸੋ ਕਿ ਹਾਲ ਦੇ ਵਿੱਚ ਵਿਆਹੇ ਕਿੰਨੇ ਲੋਕ ਹੱਥ ਖੜੇ ਕਰੋ। ਵਿਆਹੇ ਕੌਣ ਕੌਣ ਮੇਰੀ ਜਦੋਂ ਦੀ ਹੋਈ ਆ। ਜਿਹੜੇ ਨਹੀਂ ਵਿਆਹੇ ਉਹ ਦੇਖ ਲਓ, ਇਹਨਾਂ ਨੂੰ ਸਰਪ੍ਰਾਈਜ਼ ਕਰਨ ਦੀ ਲੋੜ ਨਹੀਂ ਮਿਲਦੀ। ਓਏ ਹੋਏ ਇਹ ਤਰਤਾ ਚੇਪੀਓਰੇ ਠੀਕ ਹੈ। ਐਕਚੁਅਲੀ ਹੀਰੋ ਵੀ ਪਤਾ ਕਿਉਂ ਨਹੀਂ ਲੋੜ ਪੈਂਦੀ, ਕਿਉਂਕਿ ਇਹਨਾਂ ਨੂੰ ਲਾਈਫ ਪਾਰਟਨਰ ਬਹੁਤ ਵਧੀਆ ਮਿਲਿਆ ਆ। ਇਹਨਾਂ ਨੂੰ ਉਹ ਇਹਨਾਂ ਦਾ ਧਿਆਨ ਰੱਖਦੇ ਨੇ, ਠੀਕ ਹੈ। ਔਰ ਇਹਨਾਂ ਲਈ ਰਜਾਈ ਕੰਬਲ ਸਭ ਤੋਂ ਪਹਿਲਾਂ ਲਿਆ ਕੇ ਰੱਖਦੇ ਨੇ ਕਮਰੇ ਦੇ ਵਿੱਚ। ਅੱਛੀ ਖੁਰਾਕ ਹੈ, ਅੱਛਾ ਪਿਆਰ ਹੈ, ਕਿਉਂਕਿ ਪਿਆਰ ਦੀ ਫਿਰ ਮਾਰਕੀਟ ਨਾ ਬਹੁਤ ਜ਼ਰੂਰੀ, ਠੀਕ ਹੈ। ਇਸ ਲਈ ਮੈਂ ਕਿਹਾ ਹੀਰੋ ਹੀ ਪਾਸੇ ਵਰਤਨ ਆ। ਅੱਛਾ, ਮੈਂ ਐਕਚੁਅਲੀ ਵਿਆਹ ਦੀ ਪਤਾ ਗੱਲ ਕਿਉਂ ਕਰ ਰਿਹਾ, ਕਿਉਂਕਿ ਮੈਂ ਸਵੀਟ 30 ਦੇ ਵਿੱਚ ਆਇਆ ਸਨ ਐਂਡ ਆਮ ਸਟਿਲ ਸਿੰਗਲ, ਠੀਕ ਹੈ। ਹੁਣ ਮੇਰਾ ਵਿਆਹ 90 ਦੀ ਗੱਲ ਕਰੇ, ਕਿਉਂਕਿ ਨਾ ਅੱਜ ਵੀ ਮੈਂ ਜਦੋਂ ਡੀਜੇ ਤੇ ਪਾਰਟੀਜ਼ ਤੇ ਜਾਣਾ ਨਾ, ਕਿਸੇ ਦੇ ਵਿਆਹ ਤੇ ਜਾਣਾ, ਉੱਥੇ ਮੈਂ ਇੱਕੋ ਗਾਣੇ ਤੇ ਡਾਂਸ ਕਰਦਾ। ਟੌਰ ਨਾਲ ਛੜਾ ਟੌਰ ਨਾਲ ਛੜਾ ਟੌਰ ਨਾਲ ਛੜਾ ਮੈਂ ਕਿਹਾ ਟੌਰ ਨਾਲ ਛੜਾ। ਪਰ ਮੈਂ ਸੱਚੀ ਦੱਸਾਂ, ਮੈਂ ਟੌਰ ਨਾਲ ਨਹੀਂ ਛੜਾ, ਮੈਂ ਆਪਣੇ ਮੁਕੱਦਰਾਂ ਦਾ ਮਾਰਾ ਛੜਾ, ਠੀਕ ਹੈ। ਔਰ ਮੁਕੱਦਰਾਂ ਦਾ ਵੀ ਨਹੀਂ ਮਾਰਿਆ, ਆਪਣੇ ਟੱਪਰ ਦਾ ਮਾਰਿਆ ਛੜਾ। ਐਕਚੁਅਲੀ ਤੋਂ ਵੀ ਮੇਰਾ ਵਿਆਹ ਨਹੀਂ ਹੋ ਰਿਹਾ, ਉਹਦੇ ਵਿੱਚ ਮੇਰੇ ਮੁਕੱਦਰਾਂ ਦਾ ਹੱਥ ਹੈ ਹੀ ਹੈ, ਪਰ ਜ਼ਿਆਦਾ ਮੇਰੇ ਟੱਪਰ ਦਾ ਵੀ ਹੱਥ ਹੈ। ਐਕਚੁਅਲੀ ਮੇਰੀ ਸਟੋਰੀ ਕਿ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਮੈਂ ਜੌਬ ਕਰ ਰਿਹਾ ਸੀ, ਮੈਂ ਜੌਬ ਸਟਾਰਟ ਕੀਤੀ, ਮੈਂ 18 ਸਾਲ ਦਾ ਜਸਟ ਹੋਇਆ ਸੀ। ਕਿ ਮੁੰਡੇ ਕਿਹਦੀ ਏਜ ਕਿੰਨੀ ਹੁੰਦੀ, ਬੱਚੇ ਇੰਨੀ ਕੁ ਹੁੰਦੀ ਆ ਕਿ ਕੁੜੀਆਂ ਦੀ ਏਜਿੰਗ ਹੁੰਦੀ 18-20 ਤੋਂ ਉੱਪਰ, ਮੁੰਡਿਆਂ ਦੀ ਵੀ ਇੰਨੀ ਕੁ ਹੁੰਦੀ ਨਾ 18-20 ਤੋਂ ਉੱਤੇ ਵੀ ਵਿਆਹ ਹੋ ਜਾਂਦਾ। ਹੁਣ ਕਈਆਂ ਦਾ ਵਿਆਹ ਹੋ ਜਾਂਦਾ ਬਹੁਤ ਵਧੀਆ ਤਰੀਕੇ ਨਾਲ, ਹੈ ਨਾ, ਪਰ ਪ੍ਰੀ ਪਲਾਨ ਸਾਰਿਆਂ ਦਾ ਪਹਿਲਾਂ ਪ੍ਰੀ ਵੈਡਿੰਗ ਹੁੰਦੀ ਹੈ, ਫਿਰ ਇੱਕ ਸਿਰਫ ਸ਼ਗਨ, ਫਿਰ ਉਸ ਤੋਂ ਬਾਅਦ ਫਿਰ ਵਿਆਹ, ਰੌਣਕਾਂ ਨੀਚੇ, ਫਿਰ ਉਸ ਤੋਂ ਬਾਅਦ ਪਿੱਟ ਸਿਆਪਾ, ਫਿਰ ਤਲਾਕ, ਫਿਰ ਕੋਰਟ, ਹੈ ਨਾ। ਮਤਲਬ ਪ੍ਰੀ ਪਲਾਨ ਹੁੰਦੇ ਨੇ ਹੌਲੀ ਹੌਲੀ ਚੀਜ਼ਾਂ। ਤੇ ਕਈਆਂ ਦਾ ਹੁੰਦਾ ਧੱਕੇ ਨਾਲ ਹੀ ਕਿ ਅੱਜ 18 ਟੱਪੇ ਨਾਲ ਹੀ ਵਿਆਹ, ਪਰ ਨਾ ਮੇਰਾ ਇਹ ਹੋਇਆ ਨਾ ਮੇਰਾ ਇਹ ਹੋਇਆ, ਕੁਛ ਨਹੀਂ ਹੋਇਆ। ਮੈਂ ਹਾਲੇ ਸਟਿਲ, ਮੈਂ ਤੁਹਾਨੂੰ ਦੱਸਿਆ ਕਿ ਮੈਂ ਸਟਿਲ ਸਿੰਗਲ ਮਤਲਬ ਮੈਂ ਛੜਾ ਟੌਰ ਟਰਦਾ, ਠੀਕ ਹੈ। ਤੇ ਉਹਦੇ ਪਿੱਛੇ ਰੀਜ਼ਨ ਕੀ, ਮੈਂ ਆਪਣੀ ਸਟੋਰੀ ਥੋੜੀ ਦੱਸਦਾ। ਜਦੋਂ ਮੈਂ 18 ਕ੍ਰਾਸ ਕੀਤਾ ਨਾ, ਮੇਰੇ ਅੰਦਰ ਵੀ ਥੋੜੀ ਜਿਹੀ ਚੁੱਲ ਜਿਹੀ ਆਈ ਯਾਰ ਵਿਆਹ ਕਰਾਉਣਾ ਚਾਹੀਦਾ, ਹੈ ਨਾ। ਸੋਚਾ ਕਿ ਕੁਛ ਮੈਂ ਕਿਹਾ ਅੰਦਰ ਗਿਆ, ਮੈਂ ਕਿਹਾ ਲੈ ਬਈ ਬਾਪੂ ਮੁੰਡਾ 18 ਟੱਪ ਗਿਆ। ਕਹਿੰਦਾ ਬਈ ਕੀ ਕਰੀਏ, ਮੈਂ ਕਿਹਾ ਬਾਪੂ ਸੋਚੋ ਕੁਛ। ਕਹਿੰਦਾ ਪੁੱਤ ਪਹਿਲਾਂ ਤੂੰ ਸੋਚ। ਮੈਂ ਕਿਹਾ ਕੀ, ਕਹਿੰਦੇ ਕੰਮ ਤੇ ਲੈ ਲਓ, ਕਿਉਂਕਿ 18 ਸਾਲ ਤੋਂ ਬਾਅਦ ਲੇਬਰ ਜਿਹੜੀ ਹੈ ਨਾ, ਉਹ ਲੇਬਰ ਚਾਈਲਡ ਲੇਬਰ ਖਤਮ ਹੋ ਜਾਂਦੀ ਹੈ। ਬਾਪੂ ਕਹਿੰਦਾ ਉਹ ਚੱਲ ਕੰਮ ਤੇ। ਮੈਂ ਕਿਹਾ ਠੀਕ ਆ ਜੀ। ਮੈਂ ਕਿਹਾ ਜਦੋਂ ਕੋਈ ਘਰ ਦੀ ਕੰਡੀਸ਼ਨ ਹੁੰਦਾ ਨਹੀਂ ਸੀ, ਮੈਂ ਕਿਹਾ ਜਦੋਂ ਥੋੜੀ ਜਿਹੀ ਨਾ 4 ਪੈਸੇ ਜੋੜ ਲਈਏ। ਮੈਂ ਕਿਹਾ ਘਰ ਦੇ, ਕਿਉਂਕਿ ਸਿਆਣੇ ਸਹੀ ਕਹਿੰਦੇ ਨੇ, ਮੈਂ ਸਿਆਣੇ ਦੀ ਗੱਲ ਮੰਨੀ। ਮੈਂ ਕੰਮ ਦੇ ਲੱਗ ਗਿਆ, ਪੈਸੇ ਕਮਾਉਣੇ ਸ਼ੁਰੂ ਕੀਤੇ। ਜਿੱਦਾਂ ਮੈਂ ਪੈਸੇ ਕਮਾਉਣੇ ਸ਼ੁਰੂ ਕੀਤੇ, ਫਿਰ ਨਾਲ ਆਏ ਕਿ ਚਲੋ ਪੜ੍ਹ ਵੀ ਲਈਏ। ਉਦੋਂ ਮੋਹਿਤ ਭਾਈ ਚੰਗੀ ਤਰ੍ਹਾਂ ਉਸ ਟਾਈਮ ਜਰਨਲਿਜ਼ਮ ਚੱਲਦੀ ਸੀ ਭਾਜੀ ਮੇਰੀ, ਤੇ ਉਹ 2 ਸਾਲ ਮੇਰੇ ਗ੍ਰੈਜੂਏਸ਼ਨ 'ਚ ਕੰਪਲੀਟ ਹੋਏ, ਪੈਸੇ ਕਮਾਏ, ਪੜ੍ਹਾਈ ਤੇ ਪੈਸੇ ਲੱਗ ਗਏ, ਤੇ ਲਾ ਕੇ ਛਾਕੇ ਪਹੁੰਚ ਗਿਆ ਮੈਂ ਕਿਹਾ ਚਲੋ ਠੀਕ ਹੈ, ਗ੍ਰੈਜੂਏਸ਼ਨ ਕੰਪਲੀਟ। ਮੈਂ ਫਿਰ ਬਾਪੂ ਨੂੰ ਕਿਹਾ, ਮੈਂ ਕਿਹਾ ਡੈਡੀ ਮੁੰਡਾ ਵੀ ਤਾਂ ਹੋ ਗਿਆ। ਕਹਿੰਦੇ ਫਿਰ, ਮੈਂ ਕਿਹਾ ਸੋਚੋ। ਕਹਿੰਦੇ ਪੁੱਤ ਤੂੰ ਸੋਚ। ਮੈਂ ਕਿਹਾ ਕੀ, ਕਹਿੰਦੇ ਕੰਮ ਕਰ, ਪੈਸੇ ਜੋੜੀਏ, ਘਰ ਬਣਾਏ। ਮੈਂ ਕਿਹਾ ਵਾਹ। ਮੈਂ ਕਿਹਾ ਗੱਲ ਸਿਆਣੀ ਸਹੀ ਕਹਿੰਦੇ ਨੇ, ਸੱਚੀ ਹੈ, ਕਿਉਂਕਿ ਸਾਡੇ ਵੱਡੇ ਨਾ, ਵੱਡੇ ਸਹੀ ਗੱਲ ਕੀਤੀ। ਮੈਂ ਕਿਹਾ ਠੀਕ ਆ। ਮੈਂ ਫਿਰ ਪੈਸੇ ਜੋੜਨੇ ਸ਼ੁਰੂ ਕੀਤੇ, तो वो 1-2 साल का पीरियड फिर निकल गया, 23-24 साल तक पहुंच गए।
ਆਪਾਂ ਪੈਸੇ ਜੋੜੇ, ਆਪਾਂ ਘਰ ਬਣਾਇਆ, ਠੀਕ ਹੈ। ਜਦੋਂ ਘਰ ਬਣ ਗਿਆ ਮੈਂ ਡੈਡੀ ਨੂੰ ਫਿਰ ਕਿਹਾ, ਮੈਂ ਕਿਹਾ ਡੈਡੀ ਘਰ ਵੀ ਬਣ ਗਿਆ, ਮੈਂ ਕਿਹਾ ਹੁਣ ਸੋਚੋ। ਕਹਿੰਦੇ ਕੀ? ਮੈਂ ਕਿਹਾ ਡੈਡੀ ਮੁੰਡੇ ਦੇ ਵਿਆਹ ਬਾਰੇ ਸੋਚੋ। ਕਹਿੰਦੇ ਨਹੀਂ ਪੁੱਤ, ਤੂੰ ਪਹਿਲਾਂ ਥੋੜੇ ਹੋਰ ਪੈਸੇ ਕਮਾਉਣ ਬਾਰੇ ਸੋਚ, ਕਿਉਂਕਿ ਕੁੜੀ ਵਾਲਿਆਂ ਨੂੰ ਐਕਚੁਅਲੀ ਦੱਸਣਾ ਪੈਣਾ ਨਾ ਕਿ ਮੁੰਡਾ ਕੀ ਕਰਦਾ। ਕਹਿੰਦੇ ਯਾਰ 10-12 ਹਜ਼ਾਰ ਤੱਕ ਗੱਲ ਨਹੀਂ ਬਣਦੀ ਨਾ। ਮੈਂ ਕਿਹਾ ਠੀਕ ਆ, ਤਾਂ ਹੋਰ ਮਿਹਨਤ ਕੀਤੀ ਮੈਂ। ਫਿਰ ਜਰਨਲਿਜ਼ਮ ਪੈਸਾ ਹੁੰਦਾ ਕੀ ਸੀਗਾ, ਠੀਕ ਹੈ। ਮੈਂ ਫਿਰ ਕਿਉਂਕਿ ਜੇ ਪੈਸਾ ਆਉਂਦਾ ਨਾ ਮੋਹਿਤ ਭਾਜੀ ਇੱਥੇ ਹੁੰਦੇ ਤਾਂ ਨਾ ਮੈਂ ਇੱਥੇ ਹੁੰਦਾ, ਠੀਕ ਹੈ। ਤੇ ਮੈਂ ਫਿਰ ਬੈਂਕਿੰਗ ਲਾਈਨ 'ਚ ਵੜ ਗਿਆ, ਬੈਂਕਿੰਗ ਸੈਕਟਰ 'ਚ ਗਿਆ, ਕੰਮ ਜੋਬ ਸ਼ੁਰੂ ਕੀਤੀ, ਠੀਕ ਆ। ਪੈਸੇ ਘਰੇ ਆਉਣ ਲੱਗ ਪਿਆ, ਵਧੀਆ ਪੈਸੇ ਆਉਣ ਲੱਗ ਪਿਆ। ਮੈਂ ਕਿਹਾ ਚਲੋ ਠੀਕ ਆ, ਮੈਂ ਕਿਹਾ ਪੈਸੇ ਆ ਰਹੇ ਨੇ। ਮੈਂ ਫਿਰ ਘਰਦਿਆਂ ਨੂੰ ਕਿਹਾ, ਮੈਂ ਕਿਹਾ ਡੈਡੀ ਜੀ, ਮੈਂ ਕਿਹਾ ਹੁਣ ਕੁਛ ਸੋਚੋ। ਕਹਿੰਦੇ ਕੀ? ਮੈਂ ਕਿਹਾ ਵਿਆਹ। ਕਹਿੰਦੇ ਨਹੀਂ ਪੁੱਤ ਤੂੰ ਸੋਚ। ਮੈਂ ਕਿਹਾ ਕੀ? ਕਹਿੰਦੇ ਮੋਟਾ ਹੋ ਗਿਆ। ਮੈਂ ਕਿਹਾ ਠੀਕ ਆ। ਮੈਂ ਫਿਰ ਕਹਿੰਦੇ ਜਿਮ ਜਾਊ ਜਾ। ਮੈਂ ਕਿਹਾ ਠੀਕ ਆ, ਮੈਂ ਜਿਮ ਜਾਣਾ ਸ਼ੁਰੂ ਕੀਤਾ। ਸਟਿਲ ਜਿਮ ਜਾ ਰਿਹਾ, ਫਰਕ ਕੋਈ ਨਹੀਂ ਪਿਆ। ਇੱਧਰੋਂ ਕੈਂਚੀ ਘਸਿਆ ਆ, ਉਹ ਵੀ ਇਹਨਾਂ ਨੇ ਹੁਣ ਸਾਈਡ ਵਿੱਚ ਪਾ ਲੈਣੀ ਆ, ਉਦੋਂ ਵਿੱਚ ਵੀ ਵੱਜ ਜਾਣਾ। ਵਿਆਹ ਫਰਕ ਬੂਟਨ ਅੱਛਾ ਘਸ ਗਏ, ਠੀਕ ਆ ਫਿਰ ਠੀਕ ਆ। ਘਸੇ ਹਲਕੀ ਐਕਚੁਅਲੀ ਥੱਲੇ ਨਹੀਂ ਘਸੇ ਸਾਈਡਾਂ ਤੇ ਮੈਂ ਪਜਾਮੇ ਨਾਲ ਲਗੋ ਲਿਆ, ਘੱਗਰਾ ਪਾਇਆ ਨਾ ਉਹਦਾ ਲਗੋ ਲਿਆ। ਤੇ ਫਿਰ ਮੈਂ ਕਿਹਾ ਚਲੋ ਠੀਕ ਹੈ ਯਾਰ, ਵਿਆਹ ਵਾਰੀ ਨਾ ਮੈਂ ਕੁਛ ਕਰਨਾ ਚਾਹੀਦਾ ਨਾ। ਮੈਂ ਕਿਹਾ ਫਿਰ ਮੈਂ ਕਿਹਾ ਠੀਕ ਹੈ, ਮੈਂ ਜਿਮ ਵੀ ਜਾ ਰਿਹਾ ਸੀ। ਮੈਂ ਕਿਹਾ ਮੈਂ ਕਿਹਾ ਮੈਂ ਜਿਮ ਜਾ ਰਿਹਾ, ਹੌਲੀ ਹੌਲੀ ਭਾਰ ਘਟਾ ਲਿਆ ਮੇਰਾ। ਤੁਸੀਂ ਕੁਛ ਸੋਚੋ, ਆਪਾਂ ਫਿਰ ਵਿਆਹ ਕਰਾਉਣਾ, ਵਿਆਹ ਵਾਰੀ ਸੋਚੀਏ। ਮੰਮੀ ਕਹਿ ਰਹੇ, ਫਿਰ ਮੰਮੀ ਦੀ ਐਕਟਿੰਗ ਕੀ ਆ। ਮੰਮੀ ਕਹਿੰਦੀ ਨਹੀਂ ਤੂੰ ਸੋਚ। ਮੈਂ ਕਿਹਾ ਕੀ ਹੋਇਆ? ਕਹਿੰਦੇ ਪੁੱਤ ਤੇਰੇ ਪੈਸੇ ਨਾਲ ਨਾ ਘਰ ਦਾ ਗੁਜ਼ਾਰਾ ਚੱਲ ਨਹੀਂ ਗਿਆ। ਕਹਿੰਦੇ ਕੁਛ ਪੈਸੇ ਹੋਰ ਬਤਾਓ, ਪ੍ਰਮੋਸ਼ਨ ਮਤਲਬ ਨਾ ਪ੍ਰਮੋਸ਼ਨ ਲੈ। ਮੈਂ ਹੁਣ ਉਹਦੇ ਤੌਰ ਦੇ ਵਿੱਚ ਲੱਗਾ ਹੋਇਆ, ਪ੍ਰਮੋਸ਼ਨ ਦੇ ਲਈ ਲੱਗਿਆ ਹੋਇਆ, ਠੀਕ ਹੈ। ਸੋ ਇਹ ਸੀ ਮੇਰੀ ਮੈਰਿਜ ਸੀ, ਗੱਲਬਾਤ ਸੀ, ਕਹਾਣੀ ਸੀਗੀ ਥੋੜੀ ਜਿਹੀ। ਪਰ ਇੱਕ ਚੀਜ਼ ਨਾ ਛੋਟੀ ਜਿਹੀ, ਕਈ ਵਾਰ ਪੰਜ ਵਾਰੀ ਬੈਠੇ ਆ ਉਹਨਾਂ ਨਾਲ, ਮੈਂ ਟੀਵੀ ਸਟੈਂਡ ਅਪ ਤੇ ਮਿਲਦਾ ਹੁੰਦਾ ਭਾਜੀ ਨਾਲ, ਠੀਕ ਹੈ। ਅੱਛਾ ਅਪਗ੍ਰੇਡ ਦੇਖਿਆ, ਜ਼ਿੰਦਗੀ ਅਪਗ੍ਰੇਡ ਹੁੰਦੀ ਦੇਖੀ ਹੈ? ਜ਼ਿੰਦਗੀ ਅਪਗ੍ਰੇਡ ਹੋਈ ਹੈ ਨਾ, ਸਾਰੇ ਜ਼ਿੰਦਗੀ ਅਪਗ੍ਰੇਡ ਹੁੰਦੀ ਆ ਹੌਲੀ ਹੌਲੀ ਟਾਈਮ ਦੇ ਹਿਸਾਬ ਨਾਲ। ਮੁੰਡੇ ਕੁੜੀਆਂ ਬਹੁਤ ਵਧੀਆ ਤਰੀਕੇ ਨਾਲ ਅਪਗ੍ਰੇਡ ਹੋਏ, ਬਹੁਤ ਵਧੀਆ। ਕੁੜੀਆਂ ਸਭ ਤੋਂ ਪਹਿਲਾਂ ਕਿੰਨੇ ਸੋਹਣੇ ਤਰੀਕੇ ਨਾਲ ਅਪਗ੍ਰੇਡ ਹੋਈਆਂ ਸੋਸ਼ਲ ਮੀਡੀਆ ਤੇ ਖਾਸ ਕਰ। ਪਹਿਲਾਂ ਸੀ ਅੰਜਲੀ, ਪ੍ਰੀਤੀ, ਰੀਆ, ਜੀਆ, ਠੀਕ ਹੈ ਸੀਗੀਆਂ। ਇੱਧਰ ਕੋਈ ਇਸ਼ਾਰਾ ਕਰ ਰਹੀ, ਅੱਛਾ ਅੰਜਲੀ ਕੋ दीदी राखी के बंधन को मैनू एड्रैस दे, मैं राखी री ते जाना। अच्छा ते कुड़ियां अपडेट हुई वधी। उस तो बाद बिला हुई रिया प्रिया जिया है। उस तो बाद रही पापा दियां परियां, स्वीट डॉग, कैट मॉन्स्टर, है ना। दैन मुंडे बहुत वधिया तरीके नाल अपडेट हुए। मुंडे पहला राहुल, सोनू, दीपक, जॉनी, है ना, मुंडे होंदे सी। फिर उस तो बाद एक अपडेशन आई, उस तो बाद आई सुखा लाल, राजूश्वरी, ठीक है। ते उस तो बाद एक और अपडेशन आई है रीसैट जो चल रही है, पता किसी को? स्टूले आए वे और समझे स्टूले, ठीक है। ये अपडेशन पता नहीं ना क्यों आई है, मैंने समझ नहीं आ रही है कि अपडेशन क्यों आई है। एक्चुअली मैनू लग रहा शायद ना अज तो 10-12 साल पहला ना, 10-12 नहीं मैं ज़्यादा कह गया, मतलब 8 साल पहला ना सरकार ने एक डाटा दे दिता सीगा, कहंदे कि 1000 मुंडे के पिछे सिर्फ ਜਿਹੜੀਆਂ 800 ਕੁੜੀਆਂ ਰਹਿ ਗਈਆਂ। ਉਹ ਹੁਣ ਮਿਲਦਾ ਜਿਹੜੇ ਵੇਚਦੇ ਗਏ ਨੇ ਇਹਨਾਂ ਨੇ ਸੌ ਖਾ ਲਿਆ ਕਿ ਅਸੀਂ ਨਾ ਚੇਂਜ ਕਰਕੇ ਨਾ ਤੇ ਅਸੀਂ 900 ਦੀ ਰੇਸ਼ੋ ਪੂਰੀ ਕਰ ਤਾਂ ਕਰਕੇ ਹੁਣ ਚੇਂਜ ਹੋ ਰਹੇ। ਔਰ ਇੱਕ ਜੀ ਸਭ ਤੋਂ ਵੱਡੀ ਗੱਲ ਆ ਵੀ ਮੁੰਡਿਆਂ 'ਚ ਕਿਉਂ ਇਦਾਂ ਹੋ ਰਿਹਾ, ਮੁੰਡੇ ਕਿਉਂ ਚੇਂਜ ਕਰ ਰਹੇ ਆ, ਵਾਈ? ਇਹਦਾ ਰੀਜ਼ਨ ਕਿਸੇ ਨੂੰ ਪਤਾ ਕਿਸੇ ਨੂੰ? ਐਨੀਵਨ? ਮੈਨੂੰ ਵੀ ਨਹੀਂ ਪਤਾ, ਮੈਂ ਵੀ ਸਟਿਲ ਸਰਚ ਕਰ ਰਿਹਾ, ਠੀਕ ਹੈ, ਮੈਨੂੰ ਵੀ ਨਹੀਂ ਪਤਾ। ਤੋ ਹੁਣ ਅਪਡੇਸ਼ਨ ਤਾਂ ਹੋਈ ਹੈ, ਟਾਈਮ ਦੇ ਨਾਲ ਅਪਡੇਟ ਹੋਈ ਹੈ, ਪਰ ਅੱਜ ਦੇ ਟਾਈਮ ਦੇ ਨਾ ਗੋਸਵਾਮੀ ਭਾਜੀ ਤੁਸੀਂ ਇਹ ਚੀਜ਼ ਨੂੰ ਨੋਟ ਕਰਿਓ, ਅੱਜ ਦੇ ਟਾਈਮ ਦੇ ਉੱਤੇ ਨਾ 2 ਬੰਦੇ ਇੱਦਾਂ ਦੇ ਆ ਜਿਹੜੇ ਬਿਲਕੁਲ ਸਹੀ ਤਰੀਕੇ ਅਪਡੇਟ ਹੋਈ ਆ। ਉਹਨਾਂ ਦੀ ਵੀ ਮਤਲਬ ਜਨਰੇਸ਼ਨ ਅਪਡੇਸ਼ਨ ਹੋਈ ਆ, ਬਟ ਉਨੀ ਤਰੀਕੇ ਵਧੀਆ ਤਰੀਕੇ ਨਾਲ ਨਹੀਂ। ਉਹ ਹੈ ਸਿੰਗਿੰਗ ਲਾਈਨ ਦੇ ਵਿੱਚ ਤੋਂ ਮਹਾਨ ਸ਼ਖਸੀਅਤਾਂ ਨੇਹਾ ਕੱਕਰ ਐਂਡ ਟੋਨੀ ਕੱਕਰ। ਸਭ ਤੋਂ ਪਹਿਲਾਂ ਟੋਨੀ ਕੱਕਰ ਜਿਹੜਾ ਕੱਦ ਵੱਧ ਗਿਆ ਪਰ ਦਿਮਾਗ ਨਹੀਂ ਵਧਿਆ। ਗਾਣੇ ਸੁਣੀ ਉਹਨੇ ਕਿਸੇ ਨੇ? ਗਾਣੇ ਸੁਣੀਏ ਸਾਰਿਆਂ ਨੇ ਸੁਣੀ ਗਾਣੇ ਦੇਖੇ ਉਹਨੇ ਕਿੱਦਾਂ? ਉਹ ਕੋਕਾ ਕੋਲਾ ਤੂੰ ਕੀ ਗਾਣਾ ਆ? ਗਾਣਾ ਦੇਖਿਆ ਕੋਕਾ ਕੋਲਾ ਤੂੰ। ਐਕਚੁਅਲੀ ਮੈਂ ਲਿਟਰਲੀ ਲੱਗਦਾ ਕੰਪਨੀ ਗੱਲ ਆ, ਉਹਨਾਂ ਨੇ ਇਹ ਗਾਣਾ ਬਹਿ ਕੇ ਸ਼ੋਲੇ ਭਟੂਰੇ ਵਾਲੀ ਲੇਡੀ ਤੇ ਬਹਿ ਕੇ ਗਾਣਾ ਲਿਖਿਆ ਇਹ ਵਾਲਾ। ਉਹਨੇ ਪਹਿਲਾਂ ਆਰਡਰ ਕੀਤਾ ਹੋਣਾ
कि हाँ जी भाजी एक छोले भटूरे लगाओ जी ठीक है बैठे बैचलर ਦਾ ਹੈਗਾ ਛੋਲੇ ਭਟੂਰੇ ਆ ਰਹੇ ਛੋਲੇ ਭਟੂਰੇ ਵਾਲੇ ਟਾਈਮ ਲੱਗ ਰਿਹਾ ਸੀ ਬਣੇ ਪੜਤੇ ਪਏ ਸੀ ਉਹਨੇ ਕਿਹਾ ਕੋਕ ਆਰਡਰ ਕੀਤੀ ਉਹਨਾਂ ਨੇ ਕੋਕ ਕਿਹਾ ਹੀ ਉਹਨਾਂ ਨਾਲ ਦੇ ਪੇ ਉਹ ਕੋਕਾ ਕੋਲਾ ਤੂੰ ਨਾਲ ਇੱਕ ਛੋਲੇ ਭਟੂਰੇ ਲਾ ਕੇ ਨਾਲ ਉਹ ਛੋਲਾ ਛੋਲਾ ਤੂੰ ਉਹ ਜਿਹੜੇ ਗਾਣਾ ਵਗੇ ਕਰੀ ਜਾ ਕੇ ਨਾਲ ਹੀ ਲਾਇਆ ਕੋਕਾ ਕੋਲਾ ਤੂੰ ਛੋਲਾ ਛੋਲਾ ਤੂੰ ਕੋਕਾ ਕੋਲਾ ਤੂੰ ਛੋਲਾ ਛੋਲਾ ਤੂੰ ਬਸ ਉੱਤੇ ਤਿੰਨ ਤਿੰਨ ਵੱਡੇ ਕਰਤੇ ਸੀ ਹੁਣ ਉਹਦੀ ਭੈਣ ਨੇਹਾ ਕੱਕਰ ਜਿਹਦੀ ਨਾ ਹਾਈਟ ਵਧੀ ਆ ਤੇ ਨਾ ਸੋਚ ਵਧੀ ਜਗੀ ਇੱਥੇ ਕੀ ਉਹਨਾਂ ਦਾ ਵੀ ਏਦਾਂ ਹੀ ਆ ਪੂਰਾ ਸੇਮ ਹੀ ਹਾਲ ਉਹ ਭਰਾ ਨਾਲ ਰਲ ਕੇ ਨਾ ਕਿਤੇ ਸੰਗਤ ਨੂੰ ਸੰਗਤ ਨਾਲ ਮੈਚ ਹੁੰਦੇ ਨਾ ਖਰਬੂਜੇ ਦੇ ਖਰਬੂਜਾ ਰੰਗ ਬਦਲਦਾ ਪੂਰਾ ਜ਼ਿਆਦਾ ਰੰਗ ਬਦਲ ਗਿਆ ਉਹਦੇ ਗਾਣੇ ਕਿ ਤਾਰੇ ਆਏ ਆ ਪਹਿਲਾਂ ਕਿ ਤਾਰੇ ਗਾਣੇ ਆਏ ਸੀ ਐਨੀਵਨ ਸੁਣੇ ਕੋਈ ਗਾਣਾ ਕਿਸੇ ਨੂੰ ਯਾਦ ਹੋਇਆ ਨੇਹਾ ਕੱਕੜ ਦਾ ਯਾਦ ਆ ਕਿਸੇ ਰੁਪਏ ਦਾ ਰੀਸੈਟ ਕਿ ਗਾਣਾ ਆਇਆ ਉਹਨਾਂ ਦਾ ਰੀਸੈਟ ਹਾਂਜੀ ਯੈਸ ਉੱਚੀ ਬੋਲੋ ਕੋਈ ਗੱਲ ਨਹੀਂ ਉਹਨਾਂ ਦਾ ਵੀ ਇੱਦਾਂ ਹੀ ਆ ਜਨਰੇਸ਼ਨ ਵੱਧ ਗਈ ਉਹਨਾਂ ਨੇ ਨਾ ਮਤਲਬ ਵਾਹਿਦ ਐਸੇ ਬੰਦੇ ਆ ਉਹਨਾਂ ਨੇ ਨਾ ਨਿਆਣਿਆਂ ਦੀ ਕੋਈ ਚੀਜ਼ ਨਹੀਂ ਛੱਡੀ ਹਰੇਕ ਚੀਜ਼ ਤੇ ਗਾਣਾ ਨਾ ਆਤਾ ਇਹ ਪਹਿਲਾਂ ਚਾਕਲੇਟ ਤੇ ਗਾਣਾ ਆਇਆ ਸੀਗਾ ਹੁਣ ਦੇਖੇ ਗਾਣਾ ਹੈ I have a one lollipop, I have a two lollipops, I have a three lollipop ਛੱਡੋ ਐਕਸ਼ਨ ਬੜੀ ਖਤਰਨਾਕ ਹੈ I have a one lollipop, I have a two lollipop ਇੱਕ ਕਿਹੜਾ lollipop ਉਹ lollipop ਤੇ ਹੈ ਚਲੋ ਠੀਕ ਹੈ ਉਹਦੇ ਅੱਗੇ ਇੱਕ ਹੋਰ ਲੋਲੀਪੌਪ ਹੈ ਵੀ ਇਹ ਕਰ ਰਿਹਾ ਹੁਣ ਦੇਖ ਕੇ ਹੈ ਵਨ ਲੋਲੀਪੌਪ ਹੈ ਟੂ ਲੋਲੀਪੌਪ ਮੈਨੂੰ ਸਮਝ ਨਹੀਂ ਆ ਰਹੀ ਰੋਹਨਪ੍ਰੀਤ ਨਾਲ ਵਿਆਹ ਕਰਾਇਆ ਕਿ ਦੁਕਾਨ ਕੁਛ ਹੀ ਅਸਲੀ ਗੱਲ ਹੈ ਨਾ ਲਿਟਰਲੀ ਮਤਲਬ ਸਾਰੀਆਂ ਚੀਜ਼ਾਂ ਨੇ ਸੋ ਠੀਕ ਹੈ ਸੋ ਥੈਂਕ ਯੂ ਸੋ ਮਚ ਸਰ ਦਿਸ ਇਜ਼ ਫਰਮ ਮਾਈ ਸਾਈਡ ਥੈਂਕ ਯੂ ਸੋ ਮਚ